ਸਤਿ ਸ਼੍ਰੀ ਅਕਾਲ ਬੱਚਿਓ। ਅੱਜ ਅਸੀਂ ਅਧਿਆਇ 6 ਤਿਰਭੁਜ ਵਿੱਚੋਂ ਮੂਲ ਸਮਾਨਤਾ ਥਿਊਰਮ ਇਹਦੇ ਬਾਰੇ ਵਿੱਚ ਪੜ੍ਹਾਂਗੇ। ਸਭ ਤੋਂ ਪਹਿਲਾਂ ਇਹ ਸਮਝਾਂਗੇ ਕਿ ਮੂਲ ਸਮਾਨਤਾ ਥਿਊਰਮ ਹੈ ਕੀ ਆ। ਜੇਕਰ ਕਿਸੇ ਤਿਰਭੁਜ ਦੀ ਇੱਕ ਭੁਜਾ ਦੇ ਸਮਾਨਾਂਤਰ ਬਾਕੀ ਦੋ ਭੁਜਾਵਾਂ ਨੂੰ ਭਿੰਨ ਭਿੰਨ ਬਿੰਦੂਆਂ ਤੇ ਕੱਟਦੀ ਹੋਈ ਇੱਕ ਰੇਖਾ ਖਿੱਚੀ ਜਾਵੇ ਤਾਂ ਬਾਕੀ ਦੋ ਭੁਜਾਵਾਂ ਇੱਕ ਹੀ ਅਨੁਪਾਤ ਵਿੱਚ ਵੰਡੀਆਂ ਜਾਂਦੀਆਂ ਹਨ। ਇਹ ਸਾਡੇ ਕੋਲ ਮੂਲ ਸਮਾਨਤਾ ਥਿਊਰਮ ਆ ਵੀ ਆ ਸਾਡੇ ਕੋਲ ਇੱਕ ਤਿਰਭੁਜ ਆ। ਜੇ ਇਸ ਤਿਰਭੁਜ ਵਿੱਚ ਅਸੀਂ ਕਿਸੇ ਇੱਕ ਭੁਜਾ ਦੇ ਸਮਾਨਾਂਤਰ ਇੱਕ ਰੇਖਾ ਖਿੱਚੀਏ ਤੇ ਉਹ ਬਾਕੀਆਂ ਦੋ ਭੁਜਾਵਾਂ ਨੂੰ ਸਮਾਨ ਅਨੁਪਾਤ ਵਿੱਚ ਵੰਡੇਗੀ। ਇਹ ਡੈਫੀਨੇਸ਼ਨ ਹਰ ਇੱਕ ਬੱਚੇ ਨੇ ਯਾਦ ਰੱਖਣੀ ਆ। ਅਸੀਂ ਇੱਕ ਤਿਰਭੁਜ ABC ਲੈਂਦੇ ਆ। ਇਹਦੇ ਵਿੱਚ ਅਸੀਂ ਕੀ ਕੀਤਾ, DE ਜਿਹੜੀ ਆ ਉਹ BC ਦੇ ਸਮਾਨਾਂਤਰ ਇੱਕ ਰੇਖਾ ਖਿੱਚ ਲਈ। ਸਾਨੂੰ ਜੋ ਸਵਾਲ ਦੇ ਵਿੱਚ ਦਿੱਤਾ ਆ, ਸਭ ਤੋਂ ਪਹਿਲਾਂ ਅਸੀਂ ਉਹ ਲਿਖਾਂਗੇ। ਦਿੱਤਾ ਕੀ ਆ, ਇੱਕ ਤਿਰਭੁਜ ABC ਤਿਰਭੁਜ ਆ ਜਿਸ ਵਿੱਚ ਭੁਜਾ BC ਦੇ ਸਮਾਨਾਂਤਰ ਇੱਕ ਰੇਖਾ ਖਿੱਚੀ ਗਈ ਹੈ ਜੋ ਬਾਕੀ ਦੋ ਭੁਜਾਵਾਂ AB ਅਤੇ AC ਨੂੰ ਕ੍ਰਮਵਾਰ D ਅਤੇ E ਉੱਤੇ ਕੱਟਦੀ ਹੈ। ਇਹ ਜਿਹੜੀ ਰੇਖਾ ਆ AB ਭੁਜਾ ਨੂੰ ਬਿੰਦੂ D ਤੇ AC ਭੁਜਾ ਨੂੰ ਬਿੰਦੂ E ਤੇ ਕੱਟਦੀ ਆ। ਇਹ ਸਾਨੂੰ ਸਵਾਲ ਦੇ ਵਿੱਚ ਦਿੱਤਾ ਆ। ਸਿੱਧ ਅਸੀਂ ਕੀ ਕਰਨਾ ਆ, ਸਿੱਧ ਕਰਨਾ ਹੈ। ਅਸੀਂ ਸਿੱਧ ਕਰਨਾ ਆ ਕਿ ਇਹ ਜਿਹੜੀ ਰੇਖਾ ਆ DE ਜਿਹੜੀ ਅਸੀਂ BC ਦੇ ਸਮਾਨਾਂਤਰ ਖਿੱਚੀ ਆ ਉਹ ਬਾਕੀ ਦੋ ਭੁਜਾਵਾਂ ਨੂੰ ਜਿਨ੍ਹਾਂ ਬਿੰਦੂਆਂ ਤੇ ਕੱਟਦੀ ਆ ਉਹ ਉਹਨਾਂ ਭੁਜਾਵਾਂ ਦਾ ਜਿਹੜਾ ਅਨੁਪਾਤ ਆ ਉਹ ਆਪਸ ਵਿੱਚ ਬਰਾਬਰ ਹੋਊਗਾ। ਮਤਲਬ ਕਿ AD ਬਟਾ DB ਇਹ ਅਨੁਪਾਤ ਇਹ ਬਰਾਬਰ ਹੋਊਗਾ AE ਬਟਾ EC। ਇਹ ਅਸੀਂ ਸਿੱਧ ਕਰਨਾ ਆ ਕਿ AD ਬਟਾ DB AD ਬਟਾ DB ਬਰਾਬਰ ਹੈ AE ਬਟਾ EC। ਇਸ ਚੀਜ਼ ਨੂੰ ਸਿੱਧ ਕਰਨ ਵਾਸਤੇ ਸਾਨੂੰ ਆਪਣੇ ਕੋਲੋਂ ਕੁਝ ਰਚਨਾ ਕਰਨੀ ਪੈਣੀ ਆ। ਜੋ ਵੀ ਅਸੀਂ ਰਚਨਾ ਕਰਾਂਗੇ ਉਹਨੂੰ ਅਸੀਂ ਲਿਖ ਲਾਂਗੇ। ਅਸੀਂ ਸਭ ਤੋਂ ਪਹਿਲਾਂ ਕੀ ਕਰਦੇ ਹਾਂ, ਇਹਨੂੰ ਸਿੱਧ ਕਰਨ ਵਾਸਤੇ ਅਸੀਂ B ਨੂੰ E ਨਾਲ ਮਿਲਾਤਾ, D ਨੂੰ ਅਸੀਂ C ਦੇ ਨਾਲ ਮਿਲਾਤਾ। ਫਿਰ ਅਸੀਂ ਕੀ ਕੀਤਾ, ਆਹ ਜਿਹੜਾ ਬਿੰਦੂ ਸਾਡੇ ਕੋਲ ਹੈਗਾ ਆ D ਤੋਂ ਅਸੀਂ ਇੱਕ ਲੰਬ ਖਿੱਚਿਆ। ਇਹ ਲੰਬ ਆ DM ਤੇ ਇੱਕ EN ਲੰਬ ਅਸੀਂ ਇਹਦੇ ਉੱਤੇ ਖਿੱਚ ਲਿਆ AB ਦੇ ਉੱਤੇ N। ਅਸੀਂ ਜਿਹੜੀ ਰਚਨਾ ਕੀਤੀ ਉਹਦੇ ਵਿੱਚ ਹੁਣ ਕੀ ਕੀਤਾ, ਅਸੀਂ B ਤੇ E ਨੂੰ ਮਿਲਾਇਆ, C ਤੇ D ਨੂੰ ਮਿਲਾਇਆ। ਠੀਕ ਹੈ ਜੀ। D ਤੋਂ ਅਸੀਂ ਇੱਕ ਲੰਬ ਖਿੱਚਿਆ AC ਦੇ ਉੱਤੇ DM, E ਤੋਂ ਲੰਬ ਖਿੱਚਿਆ EN AB ਰੇਖਾ ਦੇ ਉੱਤੇ। ਇਹ ਅਸੀਂ ਰਚਨਾ ਕੀਤੀ। ਇੱਥੇ ਪੇ ਲਿਖਾਂਗੇ ਅਸੀਂ ਜੋ ਵੀ ਅਸੀਂ ਰਚਨਾ ਵਿੱਚ ਕੀਤਾ ਉਹਨੂੰ ਲਿਖ ਲਾਂਗੇ। ਰਚਨਾ ਵਿੱਚ ਹੈਗਾ ਆ ਕਿ B, E ਅਤੇ C, D ਨੂੰ ਮਿਲਾਇਆ। ਅਸੀਂ ਇਹਨਾਂ ਦੋਵਾਂ ਨੂੰ ਮਿਲਾਤਾ ਸੀ। DM ਲੰਬ AC ਅਤੇ EN ਲੰਬ ਜਿਹੜਾ EN ਆ ਉਹ AB ਉੱਤੇ ਲੰਬ ਖਿੱਚਿਆ, AB ਖਿੱਚਿਆ। ਇਹ ਅਸੀਂ ਰਚਨਾ ਕੀਤੀ ਆ। ਹੁਣ ਅਸੀਂ ਇਹਦਾ ਪ੍ਰੂਫ ਜਿਹੜਾ ਆ ਅਸੀਂ ਇਹਨੂੰ ਸਿੱਧ ਕਰਾਂਗੇ। ਤੁਸੀਂ ਧਿਆਨ ਨਾਲ ਨੋਟ ਕਰੀ ਜਾਣਾ ਆ। ਸਾਡੇ ਕੋਲ ਜਿਹੜੀ ਇਹ ਤਿਰਭੁਜ ABC ਆ ਇਹਦੇ ਵਿੱਚ ਅਸੀਂ ਸਭ ਤੋਂ ਪਹਿਲਾਂ DE ਜਿਹੜੀ ਭੁਜਾ ਸੀ ਉਹ BC ਦੇ ਸਮਾਨਾਂਤਰ ਖਿੱਚੀ ਸੀ। ਉਸ ਤੋਂ ਬਾਅਦ ਅਸੀਂ BE
BE ਤੇ CD ਨੂੰ ਮਿਲਾ ਲਿਆ, DM ਲੰਬ ਜਿਹੜਾ ਆ AC ਦੇ ਖਿੱਚਿਆ ਤੇ EN ਲੰਬ ਜਿਹੜਾ ਅਸੀਂ ਉਹ AB ਦੇ ਉੱਤੇ ਖਿੱਚਿਆ। ਹੁਣ ਇਸ ਦਾ ਸਬੂਤ ਜਾਂ ਪ੍ਰਮਾਣ। ਸਾਨੂੰ ਪਤਾ ਆ ਕਿ ਤਿਰਭੁਜ ਦਾ ਖੇਤਰਫਲ ਕਾਹਦੇ ਬਰਾਬਰ ਹੁੰਦਾ ਹੈ? ਤਿਰਭੁਜ ਦਾ ਖੇਤਰਫਲ। ਹਮੇਸ਼ਾ ਅਸੀਂ ਤਿਰਭੁਜ ਦਾ ਖੇਤਰਫਲ ਪਤਾ ਕਰਨ ਵਾਸਤੇ ਇਹ ਫਾਰਮੂਲਾ ਵਰਤਦੇ ਹਾਂ ਆਮ ਤੌਰ ਤੇ। ਜਿਹੜੀ ਸਮਕੋਣੀ ਤਿਰਭੁਜ ਹੁੰਦੀ ਆ 1/2 ਗੁਣਾ ਆਧਾਰ ਤੇ ਗੁਣਾ ਲੰਬ। ਇਹ ਯਾਦ ਰੱਖਣਾ ਆ। ਹਰ ਇੱਕ ਬੱਚੇ ਨੇ ਇਹ ਫਾਰਮੂਲਾ ਸਭ ਤੋਂ ਪਹਿਲਾਂ ਜ਼ਰੂਰ ਲਿਖਣਾ ਆ। ਤਿਰਭੁਜ ਦਾ ਖੇਤਰਫਲ ਬਰਾਬਰ ਹੈ 1/2 ਗੁਣਾ ਆਧਾਰ ਤੇ ਗੁਣਾ ਲੰਬ। ਹੁਣ ਅਸੀਂ ਵਾਰੀ ਵਾਰੀ ਤਿਰਭੁਜਾਂ ਲਾਵਾਂਗੇ। ਸਭ ਤੋਂ ਪਹਿਲਾਂ ਅਸੀਂ ਤਿਰਭੁਜ ਲਵਾਂਗੇ ਤਿਰਭੁਜ AD ਤੇ E। ਇਹ ਧਿਆਨ ਦਿਓ, ਜਿਹੜੀ ਮੈਂ ਤਿਰਭੁਜ ਲੈ ਰਿਹਾ ਤੁਸੀਂ ਉਹਨੂੰ ਧਿਆਨ ਨਾਲ ਸਮਝਣਾ ਆ। ਤਿਰਭੁਜ AD ਤੇ E, ਇਹ ਤਿਰਭੁਜ ਮੈਂ ਲੈਣੀ ਆ। ਦੂਸਰੀ ਮੈਂ ਤਿਰਭੁਜ ਲੈਣੀ ਆ BD ਤੇ E। ਆ ਜੀ ਤਿਰਭੁਜ BDE। ਇੱਕ ਇਹ ਤਿਰਭੁਜ ਲਵਾਂਗੇ, ਇਹ ਜਿਹੜੀ ਆ ਇੱਕ ਤਿਰਭੁਜ ਲਵਾਂਗੇ AD ਤੇ E। ਤਿਰਭੁਜ ਅਸੀਂ ਇਹਨਾਂ ਦੋਵਾਂ ਦਾ ਖੇਤਰਫਲ ਲੱਭਣਾ ਆ। ਏਰੀਆ ਤਿਰਭੁਜ ADE ਬਟਾ ਏਰੀਆ ਤਿਰਭੁਜ BD ਤੇ E ਬਰਾਬਰ ਹੈ ਏਰੀਆ ਤਿਰਭੁਜ AD ਤੇ E। ਅਸੀਂ ਇਹਦਾ ਆਧਾਰ ਲਵਾਂਗੇ AD ਤੇ ਲੰਬ ਲਵਾਂਗੇ EN। ਫਿਰ ਸਾਡੇ ਕੋਲ ਖੇਤਰਫਲ ਦਾ ਫਾਰਮੂਲਾ ਕੀ ਹੋ ਗਿਆ? 1/2 ਗੁਣਾ ਆਧਾਰ AD ਤੇ ਗੁਣਾ ਲੰਬ EN ਬਟਾ। ਹੁਣ ਇਹ ਤਿਰਭੁਜ ਲੈਣੀ ਆ BD ਤੇ E। ਆ ਤਿਰਭੁਜ ਲੈਣੀ ਆ ਤਿਰਭੁਜ BDE। ਧਿਆਨ ਦਿਓ, ਇਸ ਤਿਰਭੁਜ ਦਾ ਅਸੀਂ ਆਧਾਰ ਲੈਣਾ ਆ BD। ਆ ਜਿਹੜਾ DB ਆ ਤੇ ਇਹ ਉਨੀ ਉੱਚੀ ਆ ਜਿੰਨੀ ਤਿਰਭੁਜ AD ਉੱਚੀ ਆ। ਇਹਨਾਂ ਦੋਵਾਂ ਦੀ ਉਚਾਈ ਬਰਾਬਰ ਆ ਕਿਉਂਕਿ ਇਹਨਾਂ ਦਾ ਜਿਹੜਾ ਉੱਪਰਲਾ ਸਿਰਾ ਆ ਉਹ ਸੇਮ E ਆ ਤੇ ਆਧਾਰ ਜਿਹੜੇ ਆ ਉਹ ਇੱਕੋ ਲਾਈਨ ਦੇ ਉੱਤੇ ਆ ਰਹੇ ਆ। ਇਸ ਕਰਕੇ ਇਹਨਾਂ ਦੀ ਉਚਾਈ ਜਿਹੜੀ ਬਰਾਬਰ ਆ ਜਾਂ ਲੰਬ ਜਿਹੜਾ ਉਹ ਬਰਾਬਰ ਆ। 1/2 ਗੁਣਾ DB ਤੇ ਗੁਣਾ EN। ਇੱਥੇ ਦੇਖੋ ਜੀ 1/2 ਨਾਲ 1/2 ਕੱਟਿਆ ਗਿਆ। EN ਨਾਲ EN ਖਤਮ ਹੋ ਗਿਆ। ਇਹ ਸਾਡੇ ਕੋਲ ਬਚ ਗਿਆ AD ਤੇ ਬਟਾ DB। ਇਹ ਨੰਬਰ 1 ਹੋ ਗਿਆ। ਹੁਣ ਅਸੀਂ ਲਵਾਂਗੇ ਦੁਬਾਰਾ ਫੇਰ ਤਿਰਭੁਜ ADE। ਇਹ ਦੁਬਾਰਾ ਫੇਰ ਲਵਾਂਗੇ ਪਰ ਹੁਣ ਅਸੀਂ ਇਹਦਾ ਆਧਾਰ ਜਿਹੜਾ ਆ ਉਹ AE ਲਵਾਂਗੇ ਉਸ ਸਾਈਡ ਦਾ। ਦੂਜੀ ਤਿਰਭੁਜ ਅਸੀਂ ਲਵਾਂਗੇ CE ਤੇ D। ਇਹਨੂੰ ਅਸੀਂ DEC ਵੀ ਕਹਿ ਸਕਦੇ ਹਾਂ, ਜਿੱਦਾਂ ਮਰਜ਼ੀ ਤੁਸੀਂ ਕਹਿ ਸਕਦੇ ਜੋ। ਏਰੀਆ ਤਿਰਭੁਜ ADE ਬਟਾ ਏਰੀਆ ਤਿਰਭੁਜ CD ਤੇ E ਬਰਾਬਰ ਹੈ। ਜਦੋਂ ਮੈਂ ADE ਤਿਰਭੁਜ ਲਈ ਹੁਣ ਮੈਂ ਇਹਦਾ ਆਧਾਰ AE ਲਵਾਂਗਾ ਦੂਜੇ ਪਾਸੇ ਦਾ। ਜਦੋਂ ਅਸੀਂ ਆਧਾਰ AE ਲਵਾਂਗੇ ਤੇ ਇਹਦਾ ਲੰਬ ਜਿਹੜਾ ਉਹ DM ਹੋ ਜਾਊਗਾ। ਇਹ ਫਿਰ ਮੇਰੇ ਕੋਲ ਹੋ ਗਿਆ ਜੀ 1/2 ਗੁਣਾ ਆਧਾਰ AE ਤੇ ਗੁਣਾ ਲੰਬ ਕੀ ਹੋ ਗਿਆ DM ਬਟਾ। ਹੁਣ ਅਸੀਂ ਦੂਜੀ ਤਿਰਭੁਜ ਲਈ ਸੀ CD ਤੇ E। ਧਿਆਨ ਦਿਓ ਇਸ ਤਿਰਭੁਜ ਦੇ ਜਿਹੜਾ ਲੰਬ ਆ ਉਹ ਵੀ ਸਾਡੇ ਕੋਲ ਹੋਊਗਾ DM। ਇਹਦਾ ਆਧਾਰ ਅਸੀਂ ਲਵਾਂਗੇ EC। ਇਹ ਹੋਗਾ ਜੀ 1/2 ਗੁਣਾ EC ਤੇ ਗੁਣਾ DM। ਇਹ ਗੱਲ ਦੁਬਾਰਾ ਫੇਰ ਨੋਟ ਕਰੋ। ਜਦੋਂ ਅਸੀਂ ਦੂਜੀ ਵਾਰੀ ਤਿਰਭੁਜ ਲੈਣੀ ਆ ADE ਤੇ ਇੱਧਰ ਲੈਣੀ ਆ CD ਤੇ E। ਅਸੀਂ ਇਹਦਾ ਆਧਾਰ ਹੁਣ ਲਿਆ AE ਤੇ ਇਹਦਾ ਲੰਬ ਹੋ ਗਿਆ DM। ਖੇਤਰਫਲ ਤਿਰਭੁਜ ADE ਕੀ ਹੋ ਗਿਆ 1/2 ਗੁਣਾ AE। A ਬੇਸ ਹੋ ਗਿਆ ਗੁਣਾ DM A ਦੀ ਉਚਾਈ ਜਾਂ ਲੰਬ ਹੋ ਗਿਆ। ਹਾਂਜੀ ਬਟਾ 1/2 ਜਿਹੜੀ CDE ਤਿਰਭੁਜ ਆ ਇਹਦਾ ਆਧਾਰ ਅਸੀਂ ਲਿਆ EC। ਇਹਦੀ ਉਚਾਈ ਜਿਹੜੀ ਆ ਉਹ ਇਹਦੇ ਬਰਾਬਰ ਆ DM ਦੇ ਬਰਾਬਰ ਆ। 1/2 ਗੁਣਾ EC ਗੁਣਾ DM। ਇਹ DM ਨਾਲ DM ਕੈਂਸਲ ਹੋ ਗਿਆ। 1/2 ਨਾਲ 1/2 ਕੈਂਸਲ ਹੋ ਗਿਆ। ਇਹ ਮੇਰੇ ਕੋਲ ਆ ਗਿਆ ਜੀ AE ਤੇ ਬਟਾ EC। ਇਹ ਨੰਬਰ 2 ਹੋ ਗਿਆ।
ਹੁਣ ਇਹੋ ਚੀਜ਼ ਅਸੀਂ ਸਿੱਧ ਕਰਨੀ ਆ ਕਿ AD ਬਟਾ DB ਬਰਾਬਰ ਹੈ AE ਬਟਾ EC। ਇਹਨੂੰ ਸਿੱਧ ਕਰਨ ਵਾਸਤੇ ਸਾਨੂੰ ਆਹ ਜਿਹੜਾ ਅਨੁਪਾਤ ਆ ਏਰੀਆ ਤਿਰਭੁਜ ADE ਬਟਾ ਏਰੀਆ ਤਿਰਭੁਜ BDE ਇਹ ਬਰਾਬਰ ਕਰਨਾ ਪਊਗਾ ਏਰੀਆ ਤਿਰਭੁਜ ADE ਬਟਾ ਏਰੀਆ ਤਿਰਭੁਜ CDE। ਇੱਥੇ ਇੱਕ ਗੱਲ ਧਿਆਨ ਦੇਣ ਵਾਲੀ ਆ, ਇਹਨੂੰ ਅਸੀਂ 9ਵੀਂ ਜਮਾਤ ਵਿੱਚ ਪੜ੍ਹਿਆ ਸੀ ਕਿ ਜੇ ਦੋ ਤਿਰਭੁਜਾਂ ਇੱਕ ਹੀ ਆਧਾਰ ਅਤੇ ਇੱਕ ਹੀ ਸਮਾਨਾਂਤਰ ਰੇਖਾਵਾਂ ਦੇ ਵਿੱਚ ਬਣੀਆਂ ਹੋਣ ਤਾਂ ਉਹਨਾਂ ਦੇ ਖੇਤਰਫਲ ਬਰਾਬਰ ਹੁੰਦੇ ਹਨ। ਇਸ 9ਵੀਂ ਜਮਾਤ 'ਚ ਪੜ੍ਹਿਆ ਸੀ ਕਿ ਕੋਈ ਦੋ ਤਿਰਭੁਜਾਂ ਜਿਹੜੀਆਂ ਇੱਕ ਆਧਾਰ ਅਤੇ ਇੱਕ ਹੀ ਸਮਾਨਾਂਤਰ ਰੇਖਾਵਾਂ ਦੇ ਵਿੱਚ ਬਣੀਆਂ ਹੋਣ ਉਹਨਾਂ ਦੇ ਖੇਤਰਫਲ ਆਪਸ ਵਿੱਚ ਬਰਾਬਰ ਹੁੰਦੇ ਆ। ਹੁਣ ਧਿਆਨ ਦਿਓ, ਇਹਨਾਂ ਆ ਜਿਹੜੇ ਸਾਡੇ ਕੋਲ ਦੋ ਅਨੁਪਾਤ ਆ ਇਹਨਾਂ ਦਾ ਜਿਹੜਾ ਉੱਪਰਲਾ ਅੰਸ਼ ਆ ਉੱਪਰਲੀ ਜਿਹੜੇ ਖੇਤਰਫਲ ਨੇ ਉਹ ਬਰਾਬਰ ਨੇ। ਆਹ ਖੇਤਰਫਲ ਤੇ ਆਹ ਖੇਤਰਫਲ ਆਪਸ ਵਿੱਚ ਕੀ ਨੇ? ਬਰਾਬਰ। ਜੇ ਅਸੀਂ ਸਿੱਧ ਕਰ ਦਈਏ ਕਿ ਤਿਰਭੁਜ BDE ਤੇ ਤਿਰਭੁਜ CDE ਦਾ ਖੇਤਰਫਲ ਬਰਾਬਰ ਆ ਤੇ ਫਿਰ ਇਹ ਅਨੁਪਾਤ ਆਪਸ ਵਿੱਚ ਬਰਾਬਰ ਹੋ ਜਾਣਗੇ। ਉਹਦੇ ਵਾਸਤੇ ਧਿਆਨ ਦਿਓ ਕਿ ਸਾਡੇ ਕੋਲ ਤਿਰਭੁਜਾਂ ਹੈਗੀਆਂ ਆ BDE ਤੇ ਦੂਜੀ ਤਿਰਭੁਜ ਹੈਗੀ ਆ CD ਤੇ E। ਇਹ ਦੋਵੇਂ ਤਿਰਭੁਜਾਂ BDE ਇੱਕ ਤਿਰਭੁਜ ਆ, ਦੂਜੀ CD ਤੇ E ਦੂਜੀ ਤਿਰਭੁਜ ਆ। ਇਹ ਦੋਵੇਂ ਤਿਰਭੁਜਾਂ ਵਿੱਚ ਜਿਹੜੀ DE ਭੁਜਾ ਆ ਇਹ ਸਾਂਝੀ ਆ। DE ਭੁਜਾ ਜਿਹੜੀ ਆ ਸਾਂਝੀ ਆ ਤੇ ਇਹ ਦੋ ਸਮਾਨਾਂਤਰ ਰੇਖਾਵਾਂ ਦੇ ਵਿੱਚ ਬਣੀਆਂ ਆ। BC ਜਿਹੜੀ ਆ ਉਹ DE ਦੇ ਸਮਾਨਾਂਤਰ ਆ। ਤੇ ਜੇ ਦੋ ਤਿਰਭੁਜਾਂ ਇੱਕ ਭੁਜਾ ਦੇ ਉੱਤੇ ਬਣੀਆਂ ਹੋਣ ਤੇ ਉਹਨਾਂ ਦੇ ਵਿੱਚ ਸਮਾਨਾਂਤਰ ਭੁਜਾਵਾਂ ਦੇ ਵਿੱਚ ਬਣੀਆਂ ਹੋਣ ਤੇ ਉਹ ਇੱਕ ਹੀ ਆਧਾਰ ਤੇ ਬਣੀਆਂ ਹੋਣ ਤੇ ਉਹ ਆਪਸ ਵਿੱਚ ਜਿਹੜਾ ਉਹਨਾਂ ਦਾ ਖੇਤਰਫਲ ਆ ਉਹ ਬਰਾਬਰ ਹੁੰਦਾ ਆ। ਇਸ ਕਰਕੇ ਇਹ ਜਿਹੜੀਆਂ ਦੋਵੇਂ ਤਿਰਭੁਜਾਂ ਆ ਇਹਨਾਂ ਦਾ ਖੇਤਰਫਲ ਬਰਾਬਰ ਹੋਊਗਾ। ਇੱਥੇ ਲਿਖਾਂਗੇ ਕਿਉਂਕਿ ਤਿਰਭੁਜ BDE ਅਤੇ ਤਿਰਭੁਜ CDE ਇੱਕ ਹੀ ਆਧਾਰ DE ਅਤੇ ਸਮਾਨਾਂਤਰ ਰੇਖਾਵਾਂ DE ਅਤੇ BC ਦੇ ਵਿਚਕਾਰ ਹਨ। ਇਸ ਲਈ ਖੇਤਰਫਲ ਤਿਰਭੁਜ BDE ਖੇਤਰਫਲ ਤਿਰਭੁਜ ਆ ਤਿਰਭੁਜ ਦਾ ਨਿਸ਼ਾਨ ਆ। ਖੇਤਰਫਲ ਤਿਰਭੁਜ BDE ਬਰਾਬਰ ਹੈ ਖੇਤਰਫਲ ਤਿਰਭੁਜ CD ਤੇ E। ਇਹ ਨੰਬਰ 3 ਹੋ ਗਿਆ। ਹੁਣ ਧਿਆਨ ਦਿਓ ਕਿ ਜੇ ਇਹਨਾਂ ਦੋਵਾਂ ਤਿਰਭੁਜਾਂ ਦੇ ਖੇਤਰਫਲ ਅਸੀਂ ਸਿੱਧ ਕਰ ਦਿੱਤਾ ਹੈ ਕਿ ਆਪਸ ਵਿੱਚ ਬਰਾਬਰ ਨੇ। ਜੇ ਇਹਨਾਂ ਦੇ ਖੇਤਰਫਲ ਬਰਾਬਰ ਨੇ ਤੇ ਆਹ ਜਿਹੜੇ ਦੋ ਸਾਡੇ ਕੋਲ ਅਨੁਪਾਤ ਆ ਇਹਨਾਂ ਦੇ ਅੰਸ਼ ਤੇ ਹਰਾਂ ਦਾ ਜਿਹੜਾ ਖੇਤਰਫਲ ਆ ਉਹ ਆਪਸ ਵਿੱਚ ਬਰਾਬਰ ਹੋ ਗਿਆ। ਫਿਰ ਇਹ ਅਨੁਪਾਤ ਵੀ ਬਰਾਬਰ ਹੋਣਗੇ। ਇਸ ਲਈ ਇਸ ਲਈ 1 2 ਅਤੇ 3 ਤੋਂ ਖੇਤਰਫਲ ਤਿਰਭੁਜ ADE ਬਟਾ ਖੇਤਰਫਲ ਤਿਰਭੁਜ BDE ਬਰਾਬਰ ਹੈ ਖੇਤਰਫਲ ਤਿਰਭੁਜ ADE ਬਟਾ ਖੇਤਰਫਲ ਤਿਰਭੁਜ CD ਤੇ E। ਇਸ ਲਈ AD ਬਟਾ DB ਬਰਾਬਰ ਹੈ AE ਬਟਾ EC। ਅਸੀਂ ਇਹੋ ਸਿੱਧ ਕਰਨਾ ਸੀ। ਇਹ ਸਾਡੀ ਥਿਊਰਮ ਆ। ਇਸ ਥਿਊਰਮ ਨੂੰ ਤੁਸੀਂ ਬਾਰ-ਬਾਰ ਦੇਖਣਾ ਆ, ਸਮਝਣਾ ਆ, ਸਮਝ ਕੇ ਤੇ ਆਪਣੀ ਕਾਪੀ ਤੇ ਨੋਟ ਕਰਨਾ ਆ ਤਾਂ ਕਿ ਤੁਹਾਨੂੰ ਚੰਗੀ ਤਰ੍ਹਾਂ ਪਤਾ ਲੱਗ ਜੇ। ਜਦੋਂ ਤੁਸੀਂ 1-2 ਵਾਰੀ ਲਿਖੋਗੇ
ਤੇ ਤੁਹਾਨੂੰ ਇਹਦੀ ਸਮਝ ਲੱਗ ਜਾਏਗੀ, ਫਿਰ ਇਹ ਕਦੀ ਵੀ ਨਹੀਂ ਭੁੱਲੇਗੀ। ਡਾਇਗਰਾਮ ਦੇ ਅਨੁਸਾਰ ਚੱਲਣਾ ਆ। ਮੈਂ ਤੁਹਾਨੂੰ ਇੱਕ ਵਾਰੀ ਫੇਰ ਬੋਲ ਦਿੰਦਾ ਆ। ਸਭ ਤੋਂ ਪਹਿਲਾਂ ਅਸੀਂ ਸਬੂਤ ਵਿੱਚ ਕੀ ਕੀਤਾ ਸੀ, ਅਸੀਂ ਤ੍ਰਿਭੁਜ ਲਈ ਸੀ ADE ਤੇ BDE, ਇਹ ਦੋ ਤ੍ਰਿਭੁਜਾਂ ਲਈਆਂ ਸੀ ਤੇ ਦੋਵਾਂ ਦੇ ਤ੍ਰਿਭੁਜਾਂ ਦਾ ਆ ਜਿਹੜਾ ਅਨੁਪਾਤ ਸੀ ਇਹ ਖੇਤਰਫਲ ਦਾ ਲੱਭ ਲਿਆ ਸੀ। ਇਸੇ ਤਰ੍ਹਾਂ ਹੀ ਦੂਜੀ ਵਾਰੀ ਤ੍ਰਿਭੁਜ ਲਈ ਸੀ ADE ਤੇ CDE, ਉਹਨਾਂ ਦਾ ਆ ਅਨੁਪਾਤ ਲੱਭ ਲਿਆ ਸੀ। ਬਾਅਦ ਵਿੱਚ ਅਸੀਂ ਸਿੱਧ ਕਰ ਦਿੱਤਾ ਕਿ ਜਿਹੜਾ ਖੇਤਰਫਲ ਤ੍ਰਿਭੁਜ BDE ਆ ਉਹ CDE ਦੇ ਖੇਤਰਫਲ ਦੇ ਬਰਾਬਰ ਆ, ਤੇ ਇਹ ਬਰਾਬਰ ਕਰਨ ਦੇ ਨਾਲ ਆ ਅਨੁਪਾਤ ਬਰਾਬਰ ਹੋ ਗਏ ਤੇ ਉਹਦੇ ਨਾਲ ਸਾਡੇ ਕੋਲ ਆ ਵੀ ਅਨੁਪਾਤ ਜਿਹੜੇ ਆ ਉਹ ਬਰਾਬਰ ਆ ਗਏ। ਇਹ ਸਾਡਾ ਜਿਹੜਾ ਮੂਲ ਸਮਾਨਤਾ ਥਿਊਰਮ ਆ ਇਹਦਾ ਪ੍ਰੂਫ ਹੋ ਗਿਆ, ਇਹ ਸਿੱਧ ਹੋ ਗਈ। ਹੁਣ ਅਸੀਂ ਇਹਦੇ ਨਾਲ ਸੰਬੰਧਿਤ ਇੱਕ ਸਵਾਲ ਹੱਲ ਕਰਾਂਗੇ, ਜਿਹਦੇ ਵਿੱਚ ਤੁਹਾਨੂੰ ਇਸੇ ਹੀ ਥਿਊਰਮ ਦੀ ਵਰਤੋਂ ਕਰਕੇ ਅਸੀਂ ਸਵਾਲ ਹੱਲ ਕਰਾਂਗੇ, ਤਾਂ ਕਿ ਤੁਹਾਨੂੰ ਇਹਦੀ ਜਿਹੜੀ ਥਿਊਰਮ ਆ ਉਹ ਚੰਗੀ ਤਰ੍ਹਾਂ ਸਮਝ ਲੱਗ ਜਾਵੇ। ਤੁਹਾਡੀ ਅਭਿਆਸ ਦਾ ਸਵਾਲ ਆ 6.2 ਅਭਿਆਸ ਦਾ ਪਹਿਲਾ ਸਵਾਲ ਹੈ। ਚਿੱਤਰ ਵਿੱਚ ਜੇਕਰ DE ਸਮਾਨਾਂਤਰ BC ਹੈ ਤਾਂ AD ਦਾ ਮੁੱਲ ਪਤਾ ਕਰੋ। ਆ ਸਾਡੇ ਕੋਲ ਇੱਕ ਡਾਇਗਰਾਮ ਆ, ABC DE ਇਹ ਬਿੰਦੂ ਸਾਡੇ ਕੋਲ D ਆ ਜਿਹੜਾ ਆ ਤੇ ਆ ਬਿੰਦੂ E ਆ। DE ਜਿਹੜੀ ਆ ਉਹ ਸਮਾਨਾਂਤਰ ਹੈਗੀ ਆ BC। AD ਹੈਗਾ ਆ ਸਾਡੇ ਕੋਲ 1.5 ਸੈਂਟੀਮੀਟਰ, BD ਸਾਡੇ ਕੋਲ ਹੈਗਾ ਆ 3 ਸੈਂਟੀਮੀਟਰ, AE ਸਾਡੇ ਕੋਲ ਹੈਗਾ ਆ 1 ਸੈਂਟੀਮੀਟਰ, EC ਅਸੀਂ ਪਤਾ ਕਰਨਾ ਹੈ। ਇੱਥੇ ਅਸੀਂ AD ਨਹੀਂ ਗਾ ਪਤਾ ਕਰਨਾ, EC ਦਾ ਮੁੱਲ ਪਤਾ ਕਰਨਾ। ਇਹਦਾ ਹੱਲ ਤ੍ਰਿਭੁਜ ABC ਵਿੱਚ DE ਸਮਾਨਾਂਤਰ ਹੈ BC। ਹੁਣ ਅਸੀਂ ਥਿਊਰਮ ਪੜ੍ਹੀ ਆ ਵੀ ਜੇ ਕਿਸੇ ਤ੍ਰਿਭੁਜ ਦੀ ਇੱਕ ਭੁਜਾ ਦੇ ਸਮਾਨਾਂਤਰ ਰੇਖਾ ਖਿੱਚੀ ਜਾਵੇ ਤਾਂ ਉਹ ਬਾਕੀ ਦੋ ਭੁਜਾਵਾਂ ਨੂੰ ਸਮਾਨ ਅਨੁਪਾਤ ਵਿੱਚ ਵੰਡਦੀ ਹੈ। ਹੁਣ DE ਜਿਹੜੀ ਆ ਉਹ ਸਮਾਨਾਂਤਰ ਹੈਗੀ ਆ BC, ਇਸ ਲਈ AD ਬਟਾ DB ਬਰਾਬਰ ਹੋਊਗਾ AE ਬਟਾ EC। ਇਹ ਮੇਰੇ ਕੋਲ ਹੋ ਗਿਆ ਜੀ AD ਬਟਾ DB ਬਰਾਬਰ ਹੈ AE ਬਟਾ EC। ਹੁਣ AD ਦਾ ਮੁੱਲ ਹੈਗਾ ਜੀ 1.5, DB ਦਾ ਮੁੱਲ ਹੈਗਾ ਆ 3, AE ਦਾ ਮੁੱਲ ਹੈਗਾ ਆ 1 ਤੇ EC ਅਸੀਂ ਪਤਾ ਕਰਨੀ ਹੈ। ਇਹਨੂੰ ਆਰਾ ਗੁਣਨ ਕਰ ਲਓ, ਇਹਦੇ ਨਾਲ ਇਹਦੇ ਨਾਲ ਗੁਣਾ ਕਰ ਦਿਓ, ਇਹਨੂੰ ਇਹਦੇ ਨਾਲ ਗੁਣਾ ਕਰ ਦਿਓ। 1.5 ਗੁਣਾ EC ਬਰਾਬਰ ਹੈ 1 ਗੁਣਾ 3, EC ਬਰਾਬਰ ਹੈ 1 ਗੁਣਾ 3 ਬਟਾ 1.5। ਇਹ ਹੋ ਗਿਆ ਜੀ 1 ਗੁਣਾ 3 ਬਟਾ 15 ਗੁਣਾ 10। ਆ ਜਿਹੜਾ ਪੁਆਇੰਟ ਹੈ ਇਹਨੂੰ ਖਤਮ ਕਰ ਦਿਓ, ਜਦੋਂ ਪੁਆਇੰਟ ਖਤਮ ਕਰਾਂਗੇ ਤਾਂ ਉੱਪਰ 10 ਚੱਲ ਜਾਊਗਾ, ਕੱਟੇ ਜਾਣਗੇ 3 × 3 ਤੇ 3 × 5 15, 5 × 5 ਤੇ 5 ਦੂਣੀ 10। ਸਾਡੇ ਕੋਲ EC ਕਾਹਦੇ ਬਰਾਬਰ ਆ ਗਈ ਫਿਰ, EC ਬਰਾਬਰ ਹੈ 2 ਸੈਂਟੀਮੀਟਰ। ਇਹ ਸੀ ਥਿਊਰਮ ਦੀ ਵਰਤੋਂ ਕਰਕੇ ਅਸੀਂ EC ਭੁਜਾ ਲੱਭ ਲਈ। ਸੇਮ ਇਸੇ ਤਰ੍ਹਾਂ ਦਾ ਇੱਕ ਹੋਰ ਸਵਾਲ ਆ ਕਿ ਚਿੱਤਰ ਵਿੱਚ ਜੇਕਰ DE
समानांतर BC है तो AD का मुल पता करो। तो AD का मुल पता करो। सवाल दूसरा, चित्र में जेकर DE समानांतर BC है तो AD का मुल पता करो। आ साडे कोल एक त्रिभुज आ, ਇਹਦੇ ਵਿੱਚ थोड़ी जी आ लाइन लंबी हो जानी है। त्रिभुज ਅਸੀਂ ਦੁਬਾਰਾ ਡਰਾ ਕਰਦੇ ਹਾਂ। A B ਤੇ C और DE समानांतर ਅਸੀਂ ਖਿੱਚੀ ਆ। ये मेरे को हैगी 7.2 सेंटीमीटर, ये मेरे को हैगी 5.4 सेंटीमीटर, ये मेरे को हैगी 1.8 सेंटीमीटर। असी AD पता करना। ਇਹਦਾ हल त्रिभुज ABC विच त्रिभुज ABC विच DE समानांतर है BC। ਅਸੀਂ ਥਿਊਰਮ 'ਚ ਪੜ੍ਹਿਆ ਕਿ ਜੇ ਕਿਸੇ त्रिभुज ਵਿੱਚ ਇੱਕ ਭੁਜਾ ਦੇ ਸਮਾਨਾਂਤਰ ਰੇਖਾ ਖਿੱਚੀਏ ਤੇ ਬਾਕੀ ਦੋ ਭੁਜਾਵਾਂ ਨੂੰ ਸਮਾਨ ਅਨੁਪਾਤ 'ਚ ਬਣਦੀ ਆ। ਇਸ ਲਈ AD ਬਟਾ DB ਅਨੁਪਾਤ AD ਬਟਾ DB ਇਹ ਬਰਾਬਰ ਹੋਊਗਾ AE ਤੇ ਬਟਾ EC। AD ਦਾ ਹੁਣ ਅਸੀਂ ਮੁੱਲ ਪਤਾ ਕਰਨਾ ਆ। AD इस तरह लिख लो, बटा DB 7.2, AE 1.8, EC 5.4। आरा गुणा कर लो सीधा ही। आरा गुणा इदा ना करो, इनू इधर लै जाओ। AD बराबर है आ रकम नूं दूजे पासे लै जाएंगे। AD बराबर है 1.8 गुणा 7.2 बटा 5.4। AD बराबर है, ये पॉइंट खत्म कर दो, 18 बटा 10 गुणा 72 बटा 10, ਇਹਦਾ भी पॉइंट खत्म हो गया, 10 थले आ गए गुणा 54 ਇਹਦੇ 10। ਜਦੋਂ ਇਹਦਾ पॉइंट खत्म करांगे 10 ਉੱਪਰ चल जाएंगे, ਇਹਨਾਂ ਦਾ पॉइंट खत्म करांगे 10 थले आ जाएंगे। 10 ਨਾਲ 10 कटिया गया, 18 एकम 18 ਤੇ 18 ਤਿਆਂ 54, 3 एकम 3 ਤੇ 3 दूनी 6, 1 7 12 ਤੇ 3 ਚੌਕੇ 12, 24 ਤਿਆਂ 72। ਇਹ ਬਰਾਬਰ ਹੋ ਗਿਆ ਜੀ ਮੇਰੇ ਕੋਲ 24 ਬਟਾ 10। ਤੇ ਫਿਰ AD का बराबर हो गया 24 ਨੂੰ 10 ਨਾਲ ਤਕਸੀਮ ਕਰਾਂਗੇ ਤੇ 2.4 सेंटीमीटर। ਇਹ ਸੀ ਸਾਡਾ ਜਿਹੜੀ ਅਸੀਂ ਥਿਊਰਮ ਪੜ੍ਹੀ ਆ, ਉਹ ਥਿਊਰਮ ਦੀ ਵਰਤੋਂ ਕਰਕੇ ਤਾਂ ਅਸੀਂ ਇਸ ਤਰੀਕੇ ਦੇ ਨਾਲ ਸਵਾਲ ਹੱਲ ਕਰ ਸਕਦੇ ਹਾਂ। ਇਹਦੇ ਨਾਲ ਸੰਬੰਧਿਤ ਸਵਾਲ ਤੁਸੀਂ ਆਪ ਹੱਲ ਕਰਕੇ ਦੇਖਿਓ। ਕੱਲ੍ਹ ਅਸੀਂ ਇਸ ਤੋਂ ਜਿਹੜੀ ਅਗਲੀ ਵੀਡੀਓ ਆ ਉਹਦੇ ਵਿੱਚ ਅਸੀਂ ਇਹ ਜਿਹੜੀ ਮੂਲ ਸਮਾਨਤਾ ਥਿਊਰਮ ਆ ਇਹਦਾ ਉਲਟ ਪੜਾਂਗੇ, ਜਿਹਦੇ ਵਿੱਚ ਅਸੀਂ ਇਹ ਪੜਾਂਗੇ ਕਿ ਜੇ ਕਿਸੇ त्रिभुज ਵਿੱਚ ਕੋਈ ਰੇਖਾ त्रिभुज ਦੀਆਂ ਦੋ ਭੁਜਾਵਾਂ ਨੂੰ ਸਮਾਨ ਅਨੁਪਾਤ ਵਿੱਚ ਵੰਡੇ ਤਾਂ ਉਹ ਤੀਜੀ ਭੁਜਾ ਦੇ ਸਮਾਨਾਂਤਰ ਹੁੰਦੀ ਆ। ਇਹ ਅਸੀਂ ਅਗਲੀ ਵੀਡੀਓ ਵਿੱਚ ਪੜਾਂਗੇ। ਧੰਨਵਾਦ।